ਆਗੂ ਬਣ ਕੇ ਕਰ ਸਕਦੇ ਹਾਂ। 30 ਸਾਲ ਅਸੀਂ ਕਾਲੇ, ਤਿਉਂ ਪਹਿਰਾਂ ਦਾ ਨੇਰ ਮਚਾ ਕੇ ਫਿਰਦੀ ਹੈ ਹੰਕਾਰੀ ਰਾਤ। ਕੋਈ ਪੁੱਛੇ ਜਾਂ ਨਾ ਪੁੱਛੇ, ਰਹਿ ਨਾ ਹੋਵੇ ਦੱਸੇ ਬਿਨ, ਕਿਹੜਾ ਕਿਹੜਾ ਚਾਨਣ ਪੀ ਗਈ ਲੋਕਾਂ ਦੀ ਸਰਕਾਰੀ ਰਾਤ। ਜਦ ਵੀ ਤਾਰਿਆਂ ਦਾ ਲੱਗਿਆ, ਇਹਨਾਂ ਖੈਰ ਨਹੀਂ ਕਰਨੀ, ਹੁੱਬ ਹੁੱਬ ਕੇ ਇਹਨਾਂ ਦੇ ਮੂੰਹ ਤੇ ਜਿਨ੍ਹਾਂ ਨੇ ਫਟਕਾਰੀ ਰਾਤ। ਕੁਰਬਲ ਕੁਰਬਲ ਕਰਦੇ ਹੇਠਾਂ ਸਾਰੇ ਕੀੜੇ ਦਿਸਦੇ ਸਨ, ਲਾਲ ਪਰੀ ਦੇ ਖੰਭਾਂ ਸਦਕੇ ਐਸੀ ਭਰੀ ਉਡਾਰੀ ਰਾਤ। ਹੌਲ ਜਿਹਾ ਪੈ ਜਾਂਦਾ ਦਿਲ ਵਿੱਚ ਨੀਲੋਂ ਮੋਏ ਮਿੱਤਰਾਂ ਦਾ, ਕੱਟੀ ਏ ਸਿਰ ਦੇ ਕੇ ਜਿਨ੍ਹਾਂ ਲੋਕਾਂ ਦੀ ਦਰਕਾਰੀ ਰਾਤ। ਸੋ ਦੋਸਤੋ, ਅੱਜ ਦੀ ਜਿਹੜੀ ਪੌਡਕਾਸਟ ਹੈ ਉਹ ਆਪਾਂ ਕੁਲਵੰਤ ਨੀਲੋਂ ਜੀ ਦੀ ਇਸ ਗਜ਼ਲ ਦੇ ਨਾਲ ਕਰ ਰਹੇ ਹਾਂ। ਸੋ ਕੁਲਵੰਤ ਨੀਲੋਂ ਜੀ ਬੜੇ ਹੀ ਪੁਖਤਾ ਸ਼ਾਇਰ ਸਨ ਪੰਜਾਬੀਅਤ ਦੇ, ਤੇ ਉਹਨਾਂ ਨੇ ਬੜੀਆਂ ਵਧੀਆ ਗਜ਼ਲਾਂ ਲਿਖੀਆਂ। ਲੇਕਿਨ ਦੁਖਾਂਤ ਇਹ ਹੈ ਕਿ ਸਾਡੇ ਜਿਹੜੇ ਇਹੋ ਜਿਹੇ ਸਾਦਗੀ ਪਸੰਦ ਸ਼ਾਇਰ ਨੇ, ਜਿਹੜੇ ਜੁਗਾੜਬੰਦੀਆਂ ਤੋਂ ਦੂਰ ਰਹਿੰਦੇ ਨੇ, ਜਿਹੜੇ ਕਿਸੇ ਦੀਆਂ ਤਰਲੇ ਮਿੰਨਤਾਂ ਨਹੀਂ ਕਰਦੇ, ਕਈ ਵਾਰੇ ਅਣਗੌਲਿਆਂ ਰਹਿ ਜਾਂਦੇ ਨੇ। ਸੋ ਨੀਲੋਂ ਸਾਹਿਬ ਦੀ ਬਰਸੀ ਹੈ ਇਸ ਹਫ਼ਤੇ 24 ਜੂਨ ਨੂੰ। ਸੋ ਮੈਂ ਸੋਚਿਆ ਕਿ ਕਿਉਂ ਨਾ ਅੱਜ ਦਾ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕਰਾਂ। ਸੋ ਦੋਸਤੋ, ਸੁਮੇਲ ਪੌਡਕਾਸਟ ਵਿੱਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੇ ਮੇਜਰ ਮੰਗਟ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਸੋ ਉਮੀਦ ਕਰਦਾ ਹਾਂ ਕਿ ਬਾਕੀ ਪ੍ਰੋਗਰਾਮਾਂ ਦੀ ਤਰ੍ਹਾਂ ਤੁਹਾਨੂੰ ਅੱਜ ਦੀ ਪੌਡਕਾਸਟ ਵੀ ਪਸੰਦ ਆਵੇਗੀ। ਸੋ ਅੱਜ ਦੇ ਪ੍ਰੋਗਰਾਮ ਵਿੱਚ ਆਪਾਂ ਵੱਖੋ ਵੱਖਰੇ ਵਿਸ਼ੇ ਨੇ ਜਿਹੜੇ ਉਹ ਵਿਚਾਰਾਂਗੇ, ਤੇ ਕੁਝ ਦਿਨ ਨੇ ਜਿਹੜੇ ਉਹ ਲੰਘ ਚੁੱਕੇ ਨੇ, ਕਿਉਂਕਿ ਅਸੀਂ ਇੱਥੇ ਨਾ ਹੋਣ ਕਰਕੇ ਜਿਹੜੀ ਪੌਡਕਾਸਟ ਹੈ ਉਹ ਪਿਛਲੇ ਹਫ਼ਤੇ ਦੀ ਤੁਹਾਡੇ ਤੱਕ ਨਹੀਂ ਪਹੁੰਚਾ ਸਕੇ। ਪਰੰਤੂ ਜਿਹੜਾ ਸਮਾਜ ਦੇ ਵਿੱਚ ਜੋ ਕੁਝ ਵਾਪਰਦਾ ਹੈ, ਤੋਂ ਜੋ ਸਰਗਰਮੀਆਂ ਹੁੰਦੀਆਂ ਨੇ, ਤੋਂ ਉਹ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਤੁਹਾਡੇ ਤੱਕ ਪਹੁੰਚਾਈਏ ਤੇ ਉਹਨਾਂ ਦੀ ਗੱਲ ਵੀ ਕਰੀਏ। ਸੋ ਦੋਸਤੋ, ਕਈ ਜਿਹੜੇ ਪ੍ਰੋਗਰਾਮ ਆਪਾਂ ਕਰਦੇ ਹਾਂ ਉਹ ਭਾਵੇਂ ਇਹਨਾਂ ਮੁਲਕਾਂ ਦੇ ਵਿੱਚ ਬੈਠ ਕੇ ਕਰਦੇ ਹਾਂ, ਲੇਕਿਨ ਉਸ ਵਕਤ ਜਿਹੜੀ ਸਾਡੀ ਨਜ਼ਰ ਹੈ ਉਹ ਪੂਰੀ ਗਲੋਬ 'ਤੇ ਹੁੰਦੀ ਹੈ। ਕਿਉਂਕਿ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਗਲੋਬਲ ਪਿੰਡ ਦੁਨੀਆ ਬਣਦੀ ਜਾ ਰਹੀ ਹੈ, ਤੋਂ ਸਾਡੇ ਦਿਨ ਤਿਉਹਾਰ ਨੇ ਉਹ ਆਪਸ ਦੇ ਵਿੱਚ ਮਿਲਦੇ ਜਾ ਰਹੇ ਨੇ। ਤੋਂ ਹੁਣ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਵੀ ਇਹ ਤਿਉਹਾਰ ਕਿਸ ਕਮਿਊਨਿਟੀ ਦਾ ਹੈ, ਤੋਂ ਉਹ ਜਿਹੜਾ ਹੈਗਾ ਪੂਰੇ ਵਿਸ਼ਵ ਦੇ ਵਿੱਚ ਹੀ ਮਨਾਇਆ ਜਾਂਦਾ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਫਾਦਰਸ ਡੇ ਲੰਘ ਕੇ ਗਿਆ ਹੈ, ਤੁਹਾਨੂੰ ਪਤਾ ਹੈ ਸਾਰਿਆਂ ਨੂੰ ਕਿ ਇਹ ਪੂਰੀ ਦੁਨੀਆ ਦੇ ਵਿੱਚ ਹੁਣ ਮਨਾਇਆ ਜਾਣ ਲੱਗਾ ਹੈ। ਲੇਕਿਨ ਸਾਡਾ ਜਿਹੜਾ ਭਾਰਤੀ ਸੰਸਕ੍ਰਿਤੀ ਹੈ ਇਹਦੇ ਵਿੱਚ ਤਾਂ ਹਰ ਦਿਨ ਹੀ ਮਾਂ ਪਿਓ ਲਈ ਹੁੰਦਾ, ਕੋਈ ਸਪੈਸ਼ਲ ਦਿਨ ਨਹੀਂ ਚੁਣਿਆ ਜਾਂਦਾ। ਲੇਕਿਨ ਬਾਹਰਲੇ ਮੁਲਕਾਂ ਦੇ ਵਿੱਚ, ਜਿੱਥੇ ਹੁਣ ਮੈਂ ਰਹਿ ਰਿਹਾ ਹਾਂ, ਇਸ ਮਾਹੌਲ ਦੇ ਵਿੱਚ ਇੱਥੇ ਇਹ ਹੁੰਦਾ ਕਿ ਬੱਚੇ ਜਦੋਂ ਵੱਡੇ ਹੁੰਦੇ ਨੇ, 18 ਸਾਲ ਦੇ ਹੋ ਜਾਂਦੇ ਨੇ, ਤੋਂ ਆਪਣਾ ਪਰਿਵਾਰ ਹੈ ਜਿਹੜਾ ਉਹ ਲੈ ਕੇ ਅਲੱਗ ਹੋ ਜਾਂਦੇ ਨੇ। ਤੋਂ ਫਿਰ ਪਤਾ ਨਹੀਂ ਉਹ ਵਾਪਸ ਉਹਨਾਂ ਘਰਾਂ ਦੇ ਵਿੱਚ ਆਉਂਦੇ ਨੇ ਜਾਂ ਕਦੇ ਕਦਾਈ ਆਉਂਦੇ ਨੇ। ਲੇਕਿਨ ਇੱਕ ਦਿਨ ਅਜਿਹਾ ਹੁੰਦਾ ਹੈ ਜਦੋਂ ਸਾਰੇ ਬੱਚੇ ਆਪਣੇ ਮਾਂ ਦੇ ਕੋਲ ਜਾਂ ਪਿਓ ਦੇ ਕੋਲ ਉਹ ਆਸ਼ੀਰਵਾਦ ਲੈਣ ਲਈ ਆਉਂਦੇ ਨੇ। ਸੋ ਇਸ ਲਈ ਇਹਨਾਂ ਲਈ ਇਹ ਜਿਹੜਾ ਦਿਨ ਹੈ ਬਹੁਤ ਮਹੱਤਵਪੂਰਨ ਹੈ। ਲੇਕਿਨ ਸਾਡੀ ਕਮਿਊਨਿਟੀ ਦੇ ਵਿੱਚ ਜਿਹੜਾ ਪਿਓ ਦਾ ਦਰਜਾ ਹੈ, ਜਿਹੜੀ ਪਿਓ ਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਦੇਣ ਹੈ, ਉਸ ਨੂੰ ਤੁਸੀਂ ਕਦੇ ਵੀ ਭੁਲਾ ਨਹੀਂ ਸਕਦੇ। ਸੋ ਤੁਸੀਂ ਵੀ ਸਾਰਿਆਂ ਨੇ ਇਹ ਦਿਨ ਮਨਾਇਆ ਹੋਣਾ ਤੇ ਆਪਣੇ ਪਿਤਾ ਨੂੰ ਯਾਦ ਕੀਤਾ ਹੋਣਾ, ਜਾਂ ਜੇ ਪਿਤਾ ਤੁਹਾਡੇ ਕੋਲ ਮੌਜੂਦ ਹੈ ਤਾਂ ਤੁਸੀਂ ਉਹਨਾਂ ਨੂੰ ਕਿਤੇ ਸਪੈਸ਼ਲ ਟਰੀਟਮੈਂਟ ਲਈ, ਗੱਲਾਂ ਬਾਤਾਂ ਕਰਨ ਲਈ ਲੈ ਕੇ ਗਏ ਹੋਵੋਗੇ, ਜਾਂ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਬੈਠੇ ਹੋਵੋਗੇ। ਸੋ ਦੋਸਤੋ, ਆਪਣੇ ਮਾਪਿਆਂ ਦਾ ਸਤਿਕਾਰ ਕਰਨਾ ਸਾਡਾ ਸਾਰਿਆਂ ਦਾ ਹੀ ਫਰਜ਼ ਹੈ। ਤੇ ਜਿਨ੍ਹਾਂ ਦੇ ਮਾਪੇ ਜ਼ਿੰਦਗੀ ਦੇ ਵਿੱਚ ਨਹੀਂ ਰਹੇ ਤੇ ਉਹ ਜਿਹੜੀ ਉਹਨਾਂ ਦੀ ਦੇਣ ਹੈ ਤੇ ਉਸ ਨੂੰ ਯਾਦ ਕਰ ਸਕਦੇ ਹਨ। ਸੋ ਅਸੀਂ ਆਪਣੇ ਪ੍ਰੋਗਰਾਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਹੋ ਜਿਹੇ ਦਿਨਾਂ 'ਤੇ ਮੁਬਾਰਕਬਾਦ ਦਿੰਦੇ ਹਾਂ, ਤੇ ਤੁਹਾਨੂੰ ਇਹ ਵੀ ਅਹਿਸਾਸ ਦਿਵਾਉਂਦੇ ਹਾਂ ਕਿ ਜਿਵੇਂ ਤੁਹਾਡੀਆਂ ਜ਼ਿੰਮੇਵਾਰੀਆਂ ਹਨ। ਕਿਉਂਕਿ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਦੇਖਦੇ ਹਾਂ ਕਿ ਮਾਤਾ ਪਿਤਾ ਨੇ ਤੁਹਾਡੇ ਲਈ ਸਾਰੀ ਉਮਰ ਕੰਮ ਕੀਤਾ ਹੁੰਦਾ ਹੈ, ਤਾਂ ਕਈ ਵਾਰ ਅਸੀਂ ਸਿਰਫ ਉਹਨਾਂ ਨੂੰ ਬੇਬੀ ਸਿਟਰ ਬਣਾ ਕੇ ਰੱਖ ਦਿੰਦੇ ਹਾਂ, ਜਾਂ ਕਈ ਵਾਰ ਅਸੀਂ ਉਹਨਾਂ ਨੂੰ ਸੰਭਾਲ ਨਹੀਂ ਸਕਦੇ ਤੇ ਬਾਹਰ ਜਿਹੜੇ ਕੇਅਰ ਹੋਮ ਨੇ ਉਹਨਾਂ ਦੇ ਵਿੱਚ ਛੱਡ ਦਿੰਦੇ ਹਾਂ, ਤੇ ਉਹਨਾਂ ਨੂੰ 2-2, 3-3 ਮਹੀਨੇ ਮਿਲ ਨਹੀਂ ਜਾਂਦੇ। ਸੋ ਤੁਹਾਡੀਆਂ ਮਜਬੂਰੀਆਂ ਹੋ ਸਕਦੀਆਂ ਨੇ, ਲੇਕਿਨ ਜਿਹੜਾ ਹੈਗਾ ਜਿਉਂਦੇ ਜੀ ਉਹਨਾਂ ਦੀ ਦੇਖਭਾਲ ਕਰਨਾ, ਕਿਉਂਕਿ ਉਹਨਾਂ ਨੇ ਆਪਣਾ ਜਿਹੜਾ ਰੋਲ ਹੈ ਉਹ ਨਿਭਾ ਲਿਆ ਹੈ, ਤਾਂ ਇਹ ਜਿਹੜਾ ਹੈਗਾ ਇਹ ਬਹੁਤ ਜ਼ਰੂਰੀ ਹੈ।
ਸੋ ਤੁਹਾਨੂੰ ਸਾਰਿਆਂ ਨੂੰ ਅਸੀਂ ਇੱਕ ਵਾਰ ਫੇਰ ਮੁਬਾਰਕਬਾਦ ਕਹਿੰਦੇ ਹਾਂ। ਸੋ ਇਸੇ ਪ੍ਰਕਾਰ ਦੋਸਤੋ, ਜਿਵੇਂ ਮੈਂ ਪਹਿਲਾਂ ਦੱਸਿਆ ਹੈ ਕਿ ਕਈ ਦਿਨ ਤਿਉਹਾਰ ਨੇ ਜਿਹੜੇ ਇਸ ਪਿਛਲੇ ਸਮੇਂ ਦੇ ਵਿੱਚ ਆਏ। ਸੋ ਇਕਬਾਲ ਰਾਮੂਵਾਲੀਆ ਜੀ ਦੀ ਬਰਸੀ ਲੰਘ ਕੇ ਗਈ ਹੈ। ਸਾਡੇ ਉਹ ਟੋਰਾਂਟੋ ਦੇ ਵਿੱਚ ਇੱਥੇ ਰਹਿੰਦੇ ਸਨ, ਤੇ ਜਦੋਂ ਇੱਥੇ ਸਾਹਿਤ ਦੀ ਸ਼ੁਰੂਆਤ ਹੋਈ ਹੈ, ਸੰਸਥਾਵਾਂ ਬਣੀਆਂ ਨੇ ਜਾਂ ਕਿਤਾਬਾਂ ਛਪਣੀਆਂ ਸ਼ੁਰੂ ਹੋਈਆਂ ਨੇ, ਸੋ ਉਹਨਾਂ ਦੇ ਵਿੱਚ ਉਹ ਮੁੱਢਲੀ ਕਤਾਰ ਦੇ ਵਿੱਚ ਸਨ। ਤੇ ਮੈਨੂੰ ਯਾਦ ਹੈ ਕਿ 3 ਸ਼ਾਇਰਾਂ ਦੀ ਕਿਤਾਬ ਤਕੋਨ ਆਈ ਸੀ, ਜਿਹਦੇ ਵਿੱਚ ਸੁਰਿੰਦਰ ਧੰਜਲ, ਸੁਖਿੰਦਰ ਜੀ ਅਤੇ ਇਕਬਾਲ ਰਾਮੂਵਾਲੀਆ ਜੀ ਦੀਆਂ ਕਵਿਤਾਵਾਂ ਸਨ। ਸੋ ਇਕਬਾਲ ਰਾਮੂਵਾਲੀਆ ਜੀ 68 ਸਾਲ ਦੀ ਉਮਰ ਵਿੱਚ ਸਾਡੇ ਤੋਂ ਵਿਛੜ ਗਏ ਸਨ, ਤੇ 17 ਜੂਨ 2017 ਨੂੰ ਉਹਨਾਂ ਨੇ ਸਾਡੇ ਤੋਂ ਵਿਦਾਇਗੀ ਲਈ ਸੀ। ਉਹਨਾਂ ਦੀਆਂ ਕੁਝ ਕਿਤਾਬਾਂ ਦਾ ਮੈਂ ਜ਼ਿਕਰ ਕਰਾਂਗਾ। ਸੋ ਜਿਸ ਤਰ੍ਹਾਂ ਹੈ ਕਵਿਤਾ ਮੈਨੂੰ ਲਿਖਦੀ ਹੈ, ਸੜਦੇ ਸਾਜ ਦੀ ਸਰਗਮ, ਪਾਸਪੋਰਟ ਦੀ ਮੌਤ। ਤੋਂ ਇਸ ਤੋਂ ਇਲਾਵਾ ਉਹਨਾਂ ਨੇ ਕਹਾਣੀਆਂ, ਵਾਰਤਕ ਤੇ ਨਾਵਲ ਵੀ ਲਿਖੇ। ਤੋਂ ਉਹਨਾਂ ਦੀ ਜਿਹੜੀ ਵਾਰਤਕ ਸੀ, ਉਹਨਾਂ ਦੇ ਵਿੱਚ ਇੱਕ ਵਿਸ਼ੇਸ਼ ਕਿਸਮ ਦਾ ਜਿਹੜਾ ਤੁਹਾਨੂੰ ਆਨੰਦ ਆਉਂਦਾ ਸੀ ਪੜ੍ਹਨ ਤੇ। ਉਹਨਾਂ ਦੀ ਜਿਹੜੀ ਸ਼ਬਦ ਚੋਣ ਸੀ, ਜਿਹੜਾ ਉਹਦਾ ਮੁਹਾਵਰਾ ਸੀ, ਉਹ ਬੜਾ ਹੀ ਕਮਾਲ ਦਾ ਸੀ। ਇਸ ਤਰ੍ਹਾਂ ਦੀ ਵਾਰਤਕ ਹੈ ਜਿਹੜੀ ਉਹ ਪੰਜਾਬੀ ਦੇ ਵਿੱਚ ਬਹੁਤ ਘੱਟ ਲਿਖੀ ਜਾਂਦੀ ਹੈ। ਸੋ ਕੁਲਵੰਤ ਨੀਲੋਂ ਜੀ ਬਾਰੇ ਮੈਂ ਫੇਰ ਦੱਸ ਦੇਵਾਂ। ਕੁਲਵੰਤ ਨੀਲੋਂ ਜੀ ਸਾਡੇ ਇਲਾਕੇ ਦੀ ਬਹੁਤ ਹੀ ਮਾਣਯੋਗ ਸ਼ਖਸੀਅਤ ਸਨ, ਬੜੀ ਸਾਦਗੀ 'ਚ ਰਹੇ, ਤੇ ਮੈਨੂੰ ਉਹਨਾਂ ਨਾਲ ਨੇੜਤਾ ਦਾ ਬਹੁਤ ਸੁਭਾਗ ਪ੍ਰਾਪਤ ਹੋਇਆ। ਮੈਂ ਅਕਸਰ ਉਹਨਾਂ ਕੋਲ ਜਾਂਦਾ ਸੀ, ਤੋਂ ਅਕਸਰ ਉਹਨਾਂ ਨੂੰ ਰਚਨਾਵਾਂ ਸੁਣਾਉਣੀਆਂ ਜਾਂ ਉਹਨਾਂ ਤੋਂ ਸੁਣਨੀਆਂ। ਸੋ ਅਸੀਂ ਇਕੱਠਿਆਂ ਨੇ ਕਲਾ ਸੰਗਮ ਨੀਲੋਂ ਪੁਲ ਬਣਾਈ, ਤੇ ਕਲਾ ਸੰਗਮ ਨੀਲੋਂ ਪੁਲ ਦੇ ਨੀਲੋਂ ਸਾਹਿਬ ਸਰਪ੍ਰਸਤ ਸਨ, ਤੇ ਮੈਂ ਲੰਬਾ ਸਮਾਂ ਉਹਦਾ ਜਨਰਲ ਸਕੱਤਰ ਰਿਹਾ। ਤੇ ਤਕਰੀਬਨ 70-75 ਲੋਕ ਉੱਥੇ ਇਕੱਠੇ ਹੋ ਜਾਂਦੇ ਸੀ ਸਾਡੀ ਮੀਟਿੰਗ ਤੇ। ਦੂਰ ਦਰਾਡੇ ਤੋਂ ਸਾਰੇ ਪੰਜਾਬ ਤੋਂ ਸਾਹਿਤਕਾਰ ਆਉਂਦੇ ਸਨ, ਤੇ ਉਦੋਂ ਮੈਨੂੰ ਨੀਲੋਂ ਸਾਹਿਬ ਨੂੰ ਬਹੁਤ ਨੇੜਿਓਂ ਜਾਣਨ ਦਾ ਮੌਕਾ ਮਿਲਿਆ। ਸੋ ਨੀਲੋਂ ਸਾਹਿਬ ਦਾ ਜਿਹੜਾ ਜਨਮ ਸੀ ਉਹ 15 ਅਗਸਤ 1936 ਨੂੰ ਹੋਇਆ, ਤੋਂ ਵਿਦਾਇਗੀ ਲਈ ਉਹਨਾਂ ਨੇ 24 ਜੂਨ 1988 ਨੂੰ। ਤੇ ਉਹਨਾਂ ਦੀਆਂ 2 ਕਿਤਾਬਾਂ ਸਨ, ਆਸਾਂ ਦੇ ਬੋਟ, ਆਪਣਾ ਅਤੇ ਪਰਾਇਆ ਸੂਰਜ, ਤੇ ਮੈਂ ਦੋਨੋਂ ਹੀ ਪੜ੍ਹੀਆਂ ਨੇ। ਤੇ ਤੁਹਾਨੂੰ ਉਹਦੇ ਵਿੱਚੋਂ ਇੱਕ ਉਹਨਾਂ ਦੀ ਜਿਹੜੀ ਸ਼ੁਰੂਆਤੀ ਪ੍ਰੋਗਰਾਮ ਦੇ ਵਿੱਚ ਗਜ਼ਲ ਵੀ ਸੁਣਾਈ ਸੀ। ਸੋ ਇਸੇ ਤਰ੍ਹਾਂ ਉਹਨਾਂ ਸੰਬੰਧੀ ਤੇ ਮੈਂ ਬੁੱਧ ਸਿੰਘ ਨੀਲੋਂ ਨਾਲ ਵੀ ਪਿਛਲੇ ਦਿਨੀ ਕਾਫੀ ਗੱਲਾਂ ਕੀਤੀਆਂ, ਕਿਉਂਕਿ ਅਸੀਂ ਇਕੱਠੇ ਹੀ ਸੀ। ਬੁੱਧ ਸਿੰਘ ਨੀਲੋਂ ਮੀਤ ਸਕੱਤਰ ਹੁੰਦੇ ਸੀ ਤੇ ਮੈਂ ਜਨਰਲ ਸਕੱਤਰ ਹੁੰਦਾ ਸੀ। ਸੋ ਇਸ ਤਰ੍ਹਾਂ ਕਮਲਜੀਤ ਨੀਲੋਂ ਸਾਹਿਬ ਉਹ ਬੱਚਿਆਂ ਦੀ ਗਾਇਕੀ ਗਾਉਂਦੇ ਸਨ, ਤੇ ਟੈਲੀਵਿਜ਼ਨ ਦੇ ਉੱਪਰ ਤੁਸੀਂ ਉਹਨਾਂ ਨੂੰ ਅਕਸਰ ਵੇਖਿਆ। ਉਹਨਾਂ ਨਾਲ ਵੀ ਪਿਛਲੇ ਦਿਨੀ ਗੱਲ ਹੋਈ। ਸੋ ਨੀਲੋਂ ਸਾਹਿਬ ਦੀ ਸਾਡੇ ਇਲਾਕੇ ਦੇ ਵਿੱਚ ਬੜੀ ਵੱਡੀ ਦੇਣ ਹੈ। ਸੋ ਅਸੀਂ ਉਹਨਾਂ ਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦ ਕਰਦੇ ਹਾਂ। ਸੋ ਦੋਸਤੋ, ਆਹ ਜਿਹੜਾ ਮਹੀਨਾ ਚੱਲ ਰਿਹਾ ਨਾ ਜੂਨ ਦਾ, ਸੋ ਕੈਨੇਡਾ ਇੱਕ ਮਲਟੀ ਕਲਚਰ ਦੇਸ਼ ਤਾਂ ਹੈ ਹੀ। ਭਾਵੇਂ ਪਿਛੋਕੜ ਦੇ ਵਿੱਚ ਕੁਝ ਵੀ ਰਿਹਾ ਹੋਵੇ, ਭਾਵੇਂ ਪਿਛੋਕੜ ਦੇ ਵਿੱਚ ਕਈ ਕਮਿਊਨਿਟੀਜ਼ ਨੇ ਜਿਹੜੀ ਉਹਨਾਂ ਨਾਲ ਧੱਕਾ ਵੀ ਹੋਇਆ, ਆਪਾਂ ਇਹ ਵੀ ਚਾਹੁੰਦੇ ਹਾਂ ਕਿ ਸਰਕਾਰ ਜਿਹੜੀ ਹੈਗੀ ਉਹਨਾਂ ਸਾਰੀਆਂ ਚੀਜ਼ਾਂ ਦੀ ਛਾਣਬੀਣ ਕਰੇ, ਤੇ ਕੀ ਹੋਇਆ, ਕਿਉਂ ਹੋਇਆ, ਤਾਂ ਉਹਨੂੰ ਅੱਗੇ ਲੈ ਕੇ ਆਵੇ। ਲੇਕਿਨ ਇਹਦਾ ਬੜਪਣਾ ਇਹ ਵੀ ਹੈ ਕਿ ਇੱਥੇ ਜਿਹੜਾ ਹੈਗਾ ਉਹ ਸਾਰੀਆਂ ਕਮਿਊਨਿਟੀਜ਼ ਨੂੰ ਸਤਿਕਾਰ ਵੀ ਦਿੱਤਾ ਜਾਂਦਾ। ਤੋਂ ਜਿਸ ਤਰ੍ਹਾਂ ਅਪ੍ਰੈਲ ਦੇ ਵਿੱਚ ਖਾਲਸਾ ਜਿਹੜਾ ਹੈਰੀਟੇਜ ਜਿਹੜਾ ਹੈਗਾ ਮਹੀਨਾ ਉਹ ਮਨਾਇਆ ਜਾਂਦਾ, ਖਾਲਸਾ ਦਾ ਜਿਹੜਾ ਵਿਰਾਸਤ ਹੈ ਸਿੱਖਾਂ ਨਾਲ ਸੰਬੰਧਿਤ ਜਿਹੜਾ ਹੈਗਾ। ਤੋਂ ਇਸ ਤਰ੍ਹਾਂ ਬਾਕੀ ਕਮਿਊਨਿਟੀਆਂ ਨਾਲ ਵੀ ਜਿਹੜੇ ਨੇ ਉਹ ਦਿਨ ਤਿਉਹਾਰ ਮਨਾਏ ਜਾਂਦੇ ਨੇ। ਜਿਹੜਾ ਜੂਨ ਦਾ ਮਹੀਨਾ ਹੈ ਇਹ ਮੂਲ ਵਾਸੀਆਂ ਦਾ ਮਹੀਨਾ ਹੈ। ਮੂਲ ਨਿਵਾਸੀ ਨੇ ਜਿਹੜੇ ਕੈਨੇਡਾ ਦੇ ਵਿੱਚ, ਜਿਨ੍ਹਾਂ ਦੀ ਲੈਂਡ ਤੇ ਹੁਣ ਅਸੀਂ ਆ ਕੇ ਸਾਰੇ ਵਸੇ ਹੋਏ ਹਾਂ, ਤੇ ਉਹਨਾਂ ਦੇ ਰੀਤੀ ਰਿਵਾਜ ਕੀ ਨੇ, ਉਹਨਾਂ ਦਾ ਸੱਭਿਆਚਾਰ ਕੀ ਹੈ, ਤਾਂ ਉਹਨਾਂ ਸੰਬੰਧੀ ਬਹੁਤ ਪ੍ਰੋਗਰਾਮ ਕਰਵਾਏ ਜਾਂਦੇ ਨੇ ਤੇ ਉਹਦੇ ਬਾਰੇ ਦੱਸਿਆ ਜਾਂਦਾ ਹੈ। ਤੇ ਇਹਨੂੰ ਇੰਡੀਜਨਸ ਮੰਥ ਜਾਂ ਇੰਡੀਜਨਸ ਡੇ ਹੈ ਜਿਹੜਾ ਉਹਦੇ ਤੌਰ ਤੇ ਵੀ ਮਨਾਇਆ ਜਾਂਦਾ ਹੈ। ਤੇ ਇਹ 21 ਜੂਨ ਨੂੰ ਮਨਾਇਆ ਜਾਂਦਾ ਹੈ, ਤੇ 21 ਜੂਨ 1996 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ। ਸੋ ਇਹ ਜਿਹੜੇ ਮੂਲ ਨਿਵਾਸੀ ਨੇ ਨਾ, ਤੁਸੀਂ ਜਦੋਂ ਇਹਨਾਂ ਨੂੰ ਕਦੇ ਦੇਖਦੇ ਹੋ, ਤੁਸੀਂ ਇਹਨਾਂ ਦਾ ਕਦੇ ਨਾਚ ਗਾਣਾ ਦੇਖਦੇ ਹੋ, ਜਾਂ ਤੁਸੀਂ ਇਹਨਾਂ ਦਾ ਸੱਭਿਆਚਾਰ, ਇਹਨਾਂ ਦਾ ਰਹਿਣ ਸਹਿਣ, ਇਹਨਾਂ ਦਾ ਵਿਚਰਨ ਵੇਖਦੇ ਹੋ, ਤਾਂ ਤੁਸੀਂ ਦੇਖਦੇ ਹੋ ਤੇ ਕਿਵੇਂ ਇਹ ਸ਼ਿੱਦਤ ਨਾਲ ਕੁਦਰਤ ਨਾਲ ਜਿਹੜੇ ਜੁੜੇ ਹੋਏ ਨੇ, ਬਨਸਪਤੀ ਨਾਲ ਜੁੜੇ ਹੋਏ ਨੇ, ਜੀਵ ਜੰਤੂਆਂ ਨਾਲ ਜੁੜੇ ਹੋਏ ਨੇ। ਅਕਸਰ ਤੁਸੀਂ ਕਿਸੇ ਪੰਛੀ ਦਾ ਖੰਭ ਇਹਨਾਂ ਦੇ ਹੱਥ 'ਚ ਦੇਖਦੇ ਹੋ, ਤਾਂ ਜਾਂ ਇਹਨਾਂ ਦੇ ਸਿਰ ਉੱਪਰ ਜਿਹੜੇ ਜਾਨਵਰਾਂ ਦੇ ਖੰਭ ਲੱਗੇ ਹੋਏ ਨੇ, ਤੇ ਕਿਸ ਤਰ੍ਹਾਂ ਇਹ ਜਿਹੜੀਆਂ ਇਕਾਂਤ ਥਾਵਾਂ ਨੇ, ਜਿਵੇਂ ਜੰਗਲ ਹੋਏ, ਮਤਲਬ ਇਸ ਤਰ੍ਹਾਂ ਦੇ ਹੋਏ, ਅੱਜ ਵੀ ਤੁਸੀਂ ਇਹਨਾਂ ਨੂੰ ਵੇਖੋ ਰਹਿੰਦਿਆਂ ਨੂੰ। ਸੋ ਉਸੇ ਤਰ੍ਹਾਂ ਰਹਿ ਰਹੇ ਨੇ, ਖੁਸ਼ੀ ਰਹਿ ਰਹੇ ਨੇ। ਸੋ ਇਹਨਾਂ ਲੋਕਾਂ ਦੀ ਜਿਹੜੀ ਹੈ ਇਹ ਬੜੀ ਦੇਣ ਹੈ, ਕਿਉਂਕਿ ਇਹਨਾਂ ਨੇ ਸਾਡੇ ਲਈ ਰਾਹ ਪੱਧਰੇ ਕੀਤੇ ਨੇ। ਸੋ ਪਿਛਲੇ ਦਿਨੀ ਮੈਨੂੰ ਇਹਨਾਂ ਦੇ ਕੁਝ ਇਲਾਕਿਆਂ ਜਾਣ ਦਾ ਮੌਕਾ ਮਿਲਿਆ, ਤਾਂ ਮੈਂ ਦੇਖਿਆ ਸੋ ਕਿਸ ਤਰ੍ਹਾਂ ਇਹ ਗੁਫਾਵਾਂ ਦੇ ਵਿੱਚ ਰਹਿੰਦੇ ਸੀ, ਕਿਸ ਤਰ੍ਹਾਂ ਇਹ ਸਾਦਗੀ ਭਰਿਆ ਜੀਵਨ ਬਤੀਤ ਕਰਦੇ ਸੀ।
ਸੋ ਕਿਸ ਤਰ੍ਹਾਂ ਜਿਹੜੀ ਅੱਜ ਦੀ ਸਾਡੀ ਜ਼ਿੰਦਗੀ ਜਿਹੜੀ ਇੰਨੀ ਤੇਜ਼ ਹੋ ਚੁੱਕੀ ਹੈ ਕਿ ਮਾਰ ਧਾੜ ਪਈ ਪਈ ਹੈ, ਹਰ ਪਾਸੇ ਭੱਜੋ ਨੱਠ ਪਈ ਹੈ। ਸੋ ਕਿਵੇਂ ਇਹ ਸਾਰੇ ਕਾਸੇ ਤੋਂ ਦੂਰ ਹਟ ਕੇ ਇੱਕ ਸ਼ਾਂਤਮਈ ਜੀਵਨ ਹੈ ਉਹ ਜਿਉਂਦੇ ਨੇ। ਸੋ 21 ਜੂਨ ਹੈ ਜਿਹੜਾ ਇਹਨਾਂ ਦਾ ਦਿਨ ਮਨਾਇਆ ਜਾਂਦਾ ਹੈ, ਇੰਡੀਜਨਸ ਡੇ, ਤੋਂ ਉਹ ਜਿਹੜਾ ਹੈ ਉਹ ਵੀ ਮਨਾਇਆ ਗਿਆ। ਸੋ ਇਸੇ ਪ੍ਰਕਾਰ ਦੋਸਤੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ। ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੈ ਜਿਹੜੀ ਉਹ 27 ਜੂਨ ਨੂੰ ਮਨਾਈ ਜਾਂਦੀ ਹੈ। ਤੇ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਰਿਆ ਸਤਲੁਜ ਤੋਂ ਲੈ ਕੇ ਸੋ ਕਿਸ ਤਰ੍ਹਾਂ ਜਿਹੜਾ ਅਫਗਾਨਿਸਤਾਨ ਤੱਕ ਉਹ ਫੈਲਿਆ ਹੋਇਆ ਸੀ, ਉਹਦੇ ਵਿੱਚ ਕਸ਼ਮੀਰ ਦਾ ਹਿੱਸਾ ਵੀ ਸੀ, ਉਹਦੇ ਵਿੱਚ ਬਹੁਤ ਦੂਰ ਦੁਰਾਡੇ ਤੱਕ ਫੈਲਿਆ ਹੋਇਆ ਖਾਲਸਾ ਰਾਜ, ਭਾਵੇਂ ਨਾਂ ਨੂੰ ਖਾਲਸਾ ਰਾਜ ਸੀ ਲੇਕਿਨ ਇਹ ਪੰਜਾਬੀਆਂ ਦਾ ਰਾਜ ਸੀ। ਜਦੋਂ ਤੁਸੀਂ ਉਹਨਾਂ ਦੀ ਮਿਨਿਸਟਰੀ ਵੇਖਦੇ ਹੋ, ਜਦੋਂ ਤੁਸੀਂ ਉਹਨਾਂ ਦਾ ਮਿਲਟਰੀ ਪ੍ਰਬੰਧ ਵੇਖਦੇ ਹੋ, ਜਦੋਂ ਤੁਸੀਂ ਉਹਨਾਂ ਦੀਆਂ ਫੌਜਾਂ ਖਜ਼ਾਨਾ ਦੇਖਦੇ ਹੋ, ਤਾਂ ਉਹਦੇ ਵਿੱਚ ਭਾਵੇਂ ਮੁਸਲਮਾਨ ਸਨ, ਭਾਵੇਂ ਹਿੰਦੂ ਸਨ, ਉਹਦੀਆਂ ਫੌਜਾਂ ਦੇ ਜਰਨੈਲ, ਭਾਵੇਂ ਉਹ ਸਾਰੇ ਮਿਕਸ ਸਨ। ਅਤੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਇਨਸਾਫ ਪਸੰਦ ਬਾਦਸ਼ਾਹ ਦੇ ਤੌਰ 'ਤੇ ਰਾਜ ਕੀਤਾ। ਤੁਸੀਂ ਦੇਖੋ ਉਹਨਾਂ ਦੇ ਰਾਜ ਦੇ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਸੀ, ਉਹ ਆਪ ਪਬਲਿਕ ਦੇ ਵਿੱਚ ਜਾਂਦੇ ਸੀ। ਤਾਂ ਠੀਕ ਹੈ ਉਹਨਾਂ ਦੇ ਵਿੱਚ ਕੋਈ ਖਾਮੀਆਂ ਵੀ ਹੋਣਗੀਆਂ, ਲੇਕਿਨ ਜਿਹੜਾ ਉਹਨਾਂ ਦਾ ਰਾਜ ਪ੍ਰਬੰਧ ਹੈ, ਅੱਜ ਭਾਵੇਂ ਅਸੀਂ ਕਹਿ ਦਿੰਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ, ਲੇਕਿਨ ਉਸ ਤਰ੍ਹਾਂ ਦਾ ਰਾਜ ਹੈ ਜਿਹੜਾ ਉਹ ਬਣਾਉਣਾ ਬਹੁਤ ਮੁਸ਼ਕਿਲ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜਨਮ 13 ਨਵੰਬਰ 1780 ਨੂੰ ਗੁਜਰਾਂਵਾਲੇ ਦੇ ਵਿੱਚ ਹੋਇਆ ਸੀ, ਲੇਕਿਨ ਉਹਨਾਂ ਦੀ ਜਿਹੜੀ ਮੌਤ ਹੈ ਉਹ 27 ਜੂਨ 1839 ਨੂੰ ਲਾਹੌਰ ਪਾਕਿਸਤਾਨ ਦੇ ਵਿੱਚ ਹੋਈ। ਤਾਂ ਜਿਹੜੇ ਲੋਕ ਪਾਕਿਸਤਾਨ ਜਾਂਦੇ ਨੇ ਜਾਂ ਮਤਲਬ ਕਹੇ ਗਏ ਨੇ ਤਾਂ ਉਹਨਾਂ ਨੇ ਜ਼ਰੂਰ ਉਸ ਦੀ ਸਮਾਧੀ 'ਤੇ ਜਾਂ ਉਸ ਦੇ ਮਹਿਲਾਂ ਨੂੰ ਵੀ ਵੇਖਿਆ ਹੋਵੇਗਾ। ਸੋ ਦੋਸਤੋ ਮੈਂ ਤੁਹਾਨੂੰ ਕੁਝ ਕਿਤਾਬਾਂ ਦਿਖਾਉਣੀਆਂ ਚਾਹੁੰਦਾ। ਸੋ ਇੱਕ ਤਾਂ ਆਹ ਕਿਤਾਬ ਹੈ ਕੁਲਵੰਤ ਨੀਲੋਂ ਜੀ ਨਾਲ ਗੁਜ਼ਾਰੇ ਪਲ। ਇਹ ਕੁਲਵੰਤ ਨੀਲੋਂ ਜੀ ਦੀ ਡੈਥ ਤੋਂ ਬਾਅਦ 1 ਸਾਲ ਬਾਅਦ ਜਦੋਂ ਉਹਨਾਂ ਦੀ ਪਹਿਲੀ ਜਿਹੜੀ ਸ਼ਤਾਬਦੀ ਸੀ ਮਨਾਈ ਗਈ, ਸੋ ਉਸ ਵਕਤ ਇਹ ਕਿਤਾਬ ਰਿਲੀਜ਼ ਕੀਤੀ ਗਈ ਸੀ। ਸੋ ਬਹੁਤ ਸਾਰੇ ਜਿਹੜੇ ਸਾਹਿਤਕਾਰ ਨੇ ਜਾਂ ਪਾਠਕ ਹੋ ਸਕਦਾ ਇਹਨਾਂ ਨੇ ਨਾ ਪੜ੍ਹੀ ਹੋਵੇ ਅਤੇ ਹੋ ਸਕਦਾ ਮਿਲਣ ਲਈ ਦੁਰਲੱਭ ਵੀ ਹੋਵੇ। ਸੋ ਇਸ ਦੇ ਵਿੱਚ ਬਹੁਤ ਹੀ ਕਮਾਲ ਦੇ ਲੇਖ ਨੇ, ਤੁਹਾਨੂੰ ਕਿਤੇ ਮਿਲੇ ਤਾਂ ਉਹ ਜ਼ਰੂਰ ਪੜ੍ਹਿਓ। ਸੋ ਅਤੇ ਜ਼ਰੂਰ ਉਹਨਾਂ ਦੀਆਂ ਗਜ਼ਲਾਂ ਵੀ ਹਨ ਅਤੇ ਬੜੇ ਵਿਦਵਾਨਾਂ ਨੇ ਉਹਨਾਂ ਬਾਰੇ ਲਿਖਿਆ ਹੈ। ਸੋ ਇਸੇ ਪ੍ਰਕਾਰ ਮਹਾਰਾਜਾ ਰਣਜੀਤ ਸਿੰਘ ਬਾਰੇ ਮੈਂ ਤੁਹਾਨੂੰ ਜਿਹੜੀ ਕਿਤਾਬ ਦਿਖਾਵਾਂਗਾ, ਜਿਹੜੀ ਮੈਨੂੰ ਬਹੁਤ ਪਸੰਦ ਹੈ, ਇਹ ਅਮਰਿੰਦਰ ਸਿੰਘ ਦੀ ਲਿਖੀ ਹੋਈ ਹੈ। ਕੈਪਟਨ ਅਮਰਿੰਦਰ ਸਿੰਘ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਵਕਤ, ਉਹਨਾਂ ਦੀ ਲਿਖੀ ਹੋਈ ਹੈ। ਇਹ ਹੈ ਆਖਰੀ ਲਮਹੇ ਦੀ ਦਾਸਤਾਨ, ਲਾਹੌਰ ਦਰਬਾਰ ਦਾ ਚੜ੍ਹਦਾ ਤੇ ਡੁੱਬਦਾ ਸੂਰਜ। ਇਹ ਵੀ ਬਹੁਤ ਕਮਾਲ ਦੀ ਕਿਤਾਬ ਹੈ ਅਤੇ ਇਹਦੇ ਵਿੱਚ ਉਹ ਡਾਕੂਮੈਂਟਸ ਲਾਏ ਗਏ ਨੇ ਅਤੇ ਜਿਹੜੇ ਉਹਨਾਂ ਨੇ ਬੜੀ ਪਤਾ ਨਹੀਂ ਕਿਸ ਤਰ੍ਹਾਂ ਮਿਹਨਤ ਕਰਕੇ ਕਿੱਥੋਂ ਲਿਆ ਕੇ ਲਾਏ ਨੇ ਅਤੇ ਉਸ ਦੇ ਰਾਜ ਦੀ ਇੱਕ ਜਿਹੜੀ ਸਹੀ ਤਸਵੀਰ ਆ ਉਹ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸੋ ਇਸੇ ਤਰ੍ਹਾਂ ਬਲਦੇਵ ਸਿੰਘ ਦਾ ਲਿਖਿਆ ਨਾਵਲ ਹੈ। ਸੋ ਨਾਵਲ ਦੇ ਵਿੱਚ ਹੁੰਦਾ ਹੈ ਕਿ ਸਾਰਾ ਕੁਝ ਯਥਾਰਥ ਨਹੀਂ ਹੁੰਦਾ, ਵਿੱਚ ਕਲਪਨਾ ਵੀ ਹੁੰਦੀ ਹੈ। ਤਾਂ ਇਹ ਹੈ ਸੂਰਜ ਦੀ ਅੱਖ। ਇਹ ਵੀ ਬਹੁਤ ਕਮਾਲ ਦਾ ਨਾਵਲ ਹੈ, ਭਾਵੇਂ ਤੇ ਵਾਦ ਵਿਵਾਦ ਵੀ ਰਿਹਾ, ਲੇਕਿਨ ਫਿਰ ਵੀ ਸਾਨੂੰ ਇਹ ਸਾਰਿਆਂ ਨੂੰ ਪੜ੍ਹਨਾ ਚਾਹੀਦਾ ਹੈ, ਕਿਉਂਕਿ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜਾ ਹੈ ਇਸ ਨਾਵਲ ਦੇ ਵਿੱਚ ਬਿਆਨਬਾਜ਼ੀ ਜਿਹੜੀ ਹੈਗੀ ਆ ਉਹ ਕੀਤੀ ਹੈ, ਤਾਂ ਜਾਂ ਇੱਕ ਵਿਸਥਾਰ ਨਾਲ ਉਹਨਾਂ ਦੇ ਜਿਹੜੇ ਜੀਵਨ ਦੇ ਬਾਕੀ ਪੱਖ ਨੇ ਉਹ ਵੀ ਲਿਖੇ ਨੇ। ਸੋ ਸਾਡੇ ਕੋਲ ਦੋਸਤੋ 2-3 ਮੈਗਜ਼ੀਨ ਵੀ ਆਏ ਨੇ, ਤਾਂ ਜਿਨ੍ਹਾਂ ਦੀ ਮੈਂ ਗੱਲ ਕਰਨੀ ਚਾਹਾਂਗਾ। ਕੋਈ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਅਸੀਂ ਪੇਸ਼ ਕਰਦੇ ਹਾਂ ਹਮੇਸ਼ਾ ਕਹਾਣੀ ਧਾਰਾ ਹੈ, ਜੋ ਜਲੰਧਰ ਤੋਂ ਨਿਕਲਦਾ ਹੈ, ਭਗਵੰਤ ਰਸੂਲਪੁਰੀ ਜੀ ਕੱਢਦੇ ਹਨ। ਸੋ ਇਸੇ ਤਰ੍ਹਾਂ ਸ਼ਬਦ ਮੈਗਜ਼ੀਨ ਹੈ, ਇਹ ਵੀ ਜਲੰਧਰ ਤੋਂ ਨਿਕਲਦਾ ਹੈ ਅਤੇ ਇਸ ਨੂੰ ਜਿੰਦਰ ਜੀ ਪ੍ਰਕਾਸ਼ਿਤ ਕਰਦੇ ਨੇ। ਸੋ ਇੱਕ ਹੋਰ ਪਰਚਾ ਹੈ ਬਹੁਤ ਕਮਾਲ ਦਾ, ਪ੍ਰਵਚਨ, ਇਹ ਡਾਕਟਰ ਰਜਨੀਸ਼ ਬਹਾਦਰ ਜੀ ਦੇ ਸੰਪਾਦਕ ਨੇ। ਸੋ 3 ਪਰਚੇ ਨੇ, ਤੋਂ ਇਹ ਬਿਲਕੁਲ ਪੜ੍ਹਨ ਵਾਲੇ ਪਰਚੇ ਨੇ ਅਤੇ ਇਹਨਾਂ ਦੇ ਵਿੱਚ ਬੜਾ ਕੁਛ ਹੈ ਅਤੇ ਤੁਸੀਂ ਜ਼ਰੂਰ ਇਹਨਾਂ ਪਰਚਿਆਂ ਨੂੰ ਪੜ੍ਹਿਆ ਕਰੋ। ਤੁਹਾਨੂੰ ਇਹਨਾਂ ਪਰਚਿਆਂ 'ਚੋਂ ਕਿਸੇ ਦਾ ਐਡਰੈਸ, ਕਿਸੇ ਦਾ ਫ਼ੋਨ ਨੰਬਰ ਚਾਹੀਦਾ ਹੋਵੇ ਅਤੇ ਤੁਸੀਂ ਮੇਰੇ ਤੋਂ ਉਹ ਲੈ ਸਕਦੇ ਹੋ। ਸੋ ਦੋਸਤੋ ਕੈਨੇਡਾ ਦੇ ਵਿੱਚ ਜਿਹੜਾ ਕੋਵਿਡ ਹੈ ਉਸ ਦਾ ਜਿਹੜਾ ਪ੍ਰਕੋਪ ਹੈ ਹੁਣ ਉਹ ਕਾਫੀ ਘਟਦਾ ਜਾ ਰਿਹਾ ਹੈ। ਸੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕਾਫੀ ਕੁਛ ਹੈ ਜਿਹੜਾ ਉਹ ਖੁੱਲ੍ਹ ਚੁੱਕਿਆ ਹੈ ਅਤੇ ਹੁਣ ਪਹਿਲਾਂ ਵਰਗੀ ਜਿਹੜੀ ਸਖਤੀ ਜਾਂ ਪਾਬੰਦੀ ਨਹੀਂ ਹੈ। ਸਟੋਰਾਂ ਦੇ ਵਿੱਚ ਥੋੜ੍ਹੀ ਗਹਿਮੀ ਹੋਣ ਲੱਗੀ ਹੈ ਅਤੇ ਵੇਰੀਐਂਟ ਡੈਲਟਾ ਤੋਂ ਬਚਾਅ ਲਈ ਜਿਹੜਾ ਸਰਕਾਰ ਨੇ ਐਲਾਨ ਕੀਤਾ ਸੀ ਕਿ ਤੁਹਾਨੂੰ ਜਿਹੜੀ ਸੈਕੰਡ ਡੋਜ਼ ਹੈ ਜਲਦੀ ਤੋਂ ਜਲਦੀ ਲੈ ਲੈਣੀ ਚਾਹੀਦੀ ਹੈ। ਸੋ ਮੈਂ ਪਿਛਲੇ ਦਿਨੀਂ ਦੇਖਿਆ ਕਿ ਉਹ ਜਿੱਥੇ ਵੀ ਵੈਕਸੀਨੇਸ਼ਨ ਕੇਂਦਰ ਬਣੇ ਹੋਏ ਨੇ ਅਤੇ ਉੱਥੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਨੇ, ਭੀੜਾਂ ਨੇ ਅਤੇ ਤੜ ਲੋਕ ਆ ਜਿਹੜਾ ਉਹ ਵੈਕਸੀਨ ਲੈ ਰਹੇ ਨੇ। ਤਾਂ ਬੜੀ ਚੰਗੀ ਗੱਲ ਹੈ, ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ 4th
ਲਹਿਰ ਹੈ ਜਿਹੜੀ ਉਹਦੇ ਵਿੱਚ ਦਾਖਲ ਹੋ ਜਾਈਏ ਜਾਂ ਉਹਦੇ ਵਿੱਚ ਚਲੇ ਜਾਈਏ ਤਾਂ ਤੁਸੀਂ ਜੇ ਪਹਿਲੀ ਡੋਜ਼ ਲਈ ਹੋਈ ਆ ਤੁਸੀਂ ਕਿਰਪਾ ਕਰਕੇ ਸੈਕੰਡ ਡੋਜ਼ ਦੀ ਅਪੁਆਇੰਟਮੈਂਟ ਜਿਹੜੀ ਬਣਾ ਕੇ ਉਹਨੂੰ ਲੈ ਲਓ। ਤੇ ਕਈ ਵਾਰ ਇਹ ਹੈਗਾ ਕਿ ਜਿਹੜੀ ਵੈਕਸੀਨ ਤੁਸੀਂ ਪਹਿਲਾਂ ਲਈ ਹੁੰਦੀ ਹੈ ਉਹ ਉਪਲਬਧ ਨਹੀਂ ਹੁੰਦੀ, ਕਈ ਵਾਰ ਤਾਂ ਉਹਦੀ ਸ਼ਿਪਮੈਂਟ ਨਹੀਂ ਆਈ ਹੁੰਦੀ, ਤੇ ਜਿਹੜੇ ਡਾਕਟਰ ਨੇ ਉਹ ਕਹਿੰਦੇ ਨੇ ਕਿ ਸਾਰੀਆਂ ਜਿਹੜੀਆਂ ਵੈਕਸੀਨਸ ਨੇ ਉਹਦੇ ਵਿੱਚ ਅਸੀਂ ਵੈਕਸੀਨ ਬਦਲ ਕੇ ਵੀ ਲਗਵਾ ਸਕਦੇ ਹਾਂ, ਤਾਂ ਉਹ ਵੀ ਉਸੇ ਤਰ੍ਹਾਂ ਦਾ ਕੰਮ ਕਰਦੀ ਹੈ। ਸੋ ਤੁਸੀਂ ਜ਼ਰੂਰ ਜਿਹੜਾ ਹੈਗਾ ਉਹ ਜਾਣਕਾਰੀ ਹਾਸਲ ਕਰਕੇ ਆਪਣੇ ਡਾਕਟਰ ਤੋਂ, ਆਪਣੇ ਫੈਮਿਲੀ ਡਾਕਟਰ ਤੋਂ ਆਪਣੀ ਸੈਕੰਡ ਡੋਜ਼ ਹੈ ਜਿਹੜੀ ਉਹ ਲੈ ਲਵੋ। ਸੋ ਜਿਉਂ-ਜਿਉਂ ਦੋਸਤੋ ਵੈਕਸੀਨ ਹੈ ਜਿਹੜੀ ਉਹ ਵੱਧਦੀ ਜਾ ਰਹੀ ਹੈ, ਉਸੇ ਤਰ੍ਹਾਂ ਜਿਹੜਾ ਜੀਵਨ ਹੈ ਉਹ ਆਮ ਵਾਂਗੂ ਹੁੰਦਾ ਜਾ ਰਿਹਾ ਹੈ। ਤੇ ਦੇਖਣ 'ਚ ਇਹ ਵੀ ਆਇਆ ਕਿ ਹਵਾਈ ਅੱਡਿਆਂ ਤੇ ਹੁਣ ਭੀੜਾਂ ਨੇ ਜਿਹੜੀਆਂ ਕਾਫੀ ਵਧਣ ਲੱਗੀਆਂ ਨੇ, ਤੇ ਜਿਹੜੀਆਂ ਫਲਾਈਟਾਂ ਨੇ ਉਹ ਖੁੱਲ੍ਹਣ ਲੱਗੀਆਂ ਨੇ। ਕਾਫੀ ਸਾਰੇ ਡੈਸਟੀਨੇਸ਼ਨ ਜਿਹੜੇ ਬੰਦ ਕਰ ਦਿੱਤੇ ਗਏ ਸੀ ਉਹਨਾਂ ਲਈ ਮੁੜ ਤੋਂ ਉਡਾਣਾਂ ਨੇ ਜਿਹੜੀਆਂ ਸ਼ੁਰੂ ਹੋ ਗਈਆਂ ਨੇ। ਤੇ ਭਾਵੇਂ ਜਿਹੜੀ ਭਾਰਤ ਨੂੰ ਜਾਂਦੀ ਸਿੱਧੀ ਫਲਾਈਟ ਹੈ ਉਹ 21 ਜੁਲਾਈ ਤੱਕ ਅਜੇ ਨਹੀਂ ਚੱਲੇਗੀ, ਲੇਕਿਨ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਖੋਲ੍ਹ ਦਿੱਤੀਆਂ ਗਈਆਂ ਨੇ। ਗ੍ਰੀਸ ਨੂੰ ਫਲਾਈਟਾਂ, ਇਟਲੀ ਨੂੰ, ਇੰਗਲੈਂਡ ਨੂੰ, ਹੋਰ ਜਿਹੜੇ ਥਾਵਾਂ ਨੇ ਉਹਨਾਂ ਨੂੰ ਫਲਾਈਟਾਂ ਨੇ ਜਿਹੜੀਆਂ ਉਹ ਜਾਣ ਲੱਗ ਗਈਆਂ ਨੇ, ਵਕੇਸ਼ਨਾਂ ਲਈ ਜਾਣ ਲੱਗ ਗਈਆਂ ਨੇ। ਤੇ ਬਹੁਤ ਸਾਰੇ ਜਿਹੜੇ ਕੰਟਰੀ ਨੇ, ਇਟਲੀ ਹੈ, ਅਮਰੀਕਾ ਹੈ, ਉਹਨਾਂ ਨੇ ਕਾਫੀ ਖੁੱਲ੍ਹਾਂ ਨੇ ਜਿਹੜੀਆਂ ਉਹ ਦੇ ਦਿੱਤੀਆਂ ਹਨ। ਸੋ ਇਸੇ ਤਰ੍ਹਾਂ ਤੁਸੀਂ ਸਾਰੇ ਦੇਖਦੇ ਹੀ ਹੋ ਕਿ ਯੂਰੋ ਕੱਪ ਚੱਲ ਰਿਹਾ ਹੈ। ਯੂਰੋ ਕੱਪ ਦੇ ਵਿੱਚ ਟੀਮਾਂ ਖੇਡ ਰਹੀਆਂ ਨੇ ਤੇ ਤੁਸੀਂ ਘਰ ਬੈਠੇ ਇਹਨਾਂ ਟੀਮਾਂ ਨੂੰ, ਇਹਨਾਂ ਮੈਚਾਂ ਨੂੰ ਵੇਖ ਰਹੇ ਹੋ। ਤੇ ਨਾਲ ਦੀ ਨਾਲ ਜਿਹੜਾ ਜਦੋਂ ਤੁਸੀਂ ਉੱਥੇ ਖਚਾ ਖਚ ਭਰੇ ਹੋਏ ਸਟੇਡੀਅਮ ਦੇਖਦੇ ਹੋ, ਜਦੋਂ ਤੁਸੀਂ ਲੋਕਾਂ ਨੂੰ ਇਕੱਠੇ ਨਾਲ ਬੈਠੇ ਵੇਖਦੇ ਹੋ, ਤੇ ਇਹ ਚੀਜ਼ਾਂ ਸੰਕੇਤ ਦਿੰਦੀਆਂ ਨੇ ਕਿ ਜਲਦੀ ਹੀ ਸਾਰਾ ਕੁਝ ਆਮ ਵਰਗਾ ਹੋ ਜਾਵੇਗਾ। ਸੋ ਜਦੋਂ ਮੈਂ ਆਪਣੇ ਆਲੇ ਦੁਆਲੇ ਵੇਖਦਾ ਹਾਂ ਤਾਂ ਪਾਰਕਾਂ ਦੇ ਵਿੱਚ ਮੁੜ ਕੇ ਰੌਣਕਾਂ ਪਰਤ ਰਹੀਆਂ ਨੇ। ਸਪੋਰਟਸ ਫੀਲਡ ਨੇ ਜਿਹੜੇ ਉਹਨਾਂ ਦੇ ਵਿੱਚ ਬੱਚੇ ਜਾਂ ਖਿਡਾਰੀ ਨੇ ਜਿਹੜੇ ਹੁਣ ਖੇਡਦੇ ਦਿਖਾਈ ਦਿੰਦੇ ਨੇ। ਸੋ ਪਿਛਲੇ ਦਿਨੀ ਸਾਨੂੰ ਘੁੰਮਣ ਫਿਰਨ ਦਾ ਮੌਕਾ ਮਿਲਿਆ, ਬੀਚਾਂ ਤੇ ਗਏ, ਕੁਛ ਬੀਚਾਂ ਤੇ ਕਾਫੀ ਰੌਣਕਾਂ ਨੇ। ਲੇਕ ਅੰਟਾਰੀਓ ਦੇ ਆਲੇ ਦੁਆਲੇ ਜਿਹੜੇ ਇੱਥੋਂ ਦੇ ਲੋਕਲ ਲੋਕ ਨੇ ਉਹ ਕਾਫੀ ਵੱਡੀ ਤਾਦਾਦ ਦੇ ਵਿੱਚ ਪਿਕਨਿਕਾਂ ਲਈ ਜਾ ਰਹੇ ਨੇ ਤੇ ਘਰੋਂ ਬਾਹਰ ਨਿਕਲਣ ਲਈ, ਆਊਟਿੰਗ ਲਈ ਜਾ ਰਹੇ ਨੇ। ਸੋ ਬੜੀਆਂ ਰੌਣਕਾਂ ਨੇ ਉਹ ਉੱਥੇ ਦੇਖਣ ਨੂੰ ਮਿਲ ਰਹੀਆਂ ਨੇ। ਸੋ ਇਸੇ ਤਰ੍ਹਾਂ ਅਸੀਂ ਹਾਈਕਿੰਗ ਲਈ ਗਏ, 3-4 ਥਾਵਾਂ ਤੇ ਗਏ। ਇੱਥੇ ਇੱਕ ਲਾਈਮਸਟੋਨ ਹੈ ਸਾਡੇ ਏਰੀਏ ਦੇ ਵਿੱਚ, ਉੱਥੇ ਵੀ ਬਹੁਤ ਵਧੀਆ ਏਰੀਆ ਹੈ। ਸੋ ਇਸੇ ਤਰ੍ਹਾਂ ਜਿਹੜਾ ਹੈਗਾ ਮੋਨੋਕਲਿਫ ਪ੍ਰੋਵਿੰਸ਼ੀਅਲ ਪਾਰਕ ਹੈ, ਉੱਥੇ ਵੀ ਬੜਾ ਸੋਹਣਾ ਏਰੀਆ ਹੈ। ਤੇ ਅਸੀਂ ਦੇਖਿਆ ਕਿ ਉੱਥੇ ਜਿਹੜੇ ਕਾਫੀ ਲੋਕ ਨੇ ਉਹ ਜਾ ਰਹੇ ਨੇ। ਸੋ ਇਹ ਥਾਵਾਂ ਉਹ ਵੀ ਨੇ ਜਿੱਥੇ ਜਿਹੜੇ ਮੂਲ ਵਾਸੀ ਨੇ ਉਹ ਰਹਿੰਦੇ ਰਹੇ ਨੇ, ਭਾਵੇਂ ਨਾ ਕਦੇ ਕਿਸੇ ਸਮੇਂ ਵਿੱਚ ਉਹਨਾਂ ਦੀਆਂ ਰੱਖਾਂ ਸੀ, ਲੇਕਿਨ ਅੱਜ ਕੱਲ੍ਹ ਭਾਵੇਂ ਉੱਥੇ ਨਹੀਂ ਵਸਦੇ, ਲੇਕਿਨ ਉਹ ਜਿਹੜੀਆਂ ਗੁਫਾਵਾਂ ਸੀ, ਉਹ ਜਿਹੜਾ ਉਹਨਾਂ ਦਾ ਰਹਿਣ ਦਾ ਢੰਗ ਸੀ। ਸੋ ਜਿਸ ਤਰ੍ਹਾਂ ਉਹਨਾਂ ਨੇ ਉੱਥੇ ਰਸਤੇ ਬਣਾਏ ਹੋਏ ਸੀ, ਤੋਂ ਜਿਸ ਤਰ੍ਹਾਂ ਉਹਨਾਂ ਨੇ ਲੱਕੜ ਦੇ ਪੁੱਲ ਬਣਾਏ ਹੋਏ ਸੀ, ਤੋਂ ਜਿਸ ਤਰ੍ਹਾਂ ਉਹਨਾਂ ਦੀਆਂ ਪਗਡੰਡੀਆਂ ਬਣਾਈਆਂ ਹੋਈਆਂ ਸੀ, ਜਾਂ ਜਿਸ ਤਰ੍ਹਾਂ ਉਹਨਾਂ ਨੇ ਦਰਖਤਾਂ ਦੀਆਂ ਕਲਾਕ੍ਰਿਤੀਆਂ ਬਣਾਈਆਂ ਹੋਈਆਂ ਸੀ, ਟੋਟਮ ਬਣਾਏ ਹੋਏ ਸੀਗੇ, ਉਹ ਤੁਸੀਂ ਅੱਜ ਵੀ ਦੇਖ ਸਕਦੇ ਹੋ। ਸੋ ਦੋਸਤੋ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਬੇਟੀ ਕਰਮਨ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਤੇ ਉਸਨੇ ਆਪਣੀ ਜਿਹੜੀ ਵਕਾਲਤ ਦੀ ਜਿਹੜੀ ਪੂਰੀ ਕੰਪਲੀਟ ਜਿਹੜੀ ਡਿਗਰੀ ਹੈ ਉਹ ਪ੍ਰਾਪਤ ਕਰ ਹੀ ਲਈ ਸੀ, ਲੇਕਿਨ ਉਹ ਹੁਣ ਸਰਟੀਫਾਈਡ ਵਕੀਲ ਹੈ ਜਿਹੜੀ ਉਹ ਬਣ ਚੁੱਕੀ ਹੈ। ਤੇ ਉਸ ਨੂੰ ਵੀ ਅਸੀਂ ਮੁਬਾਰਕਬਾਦ ਦਿੰਦੇ ਹਾਂ ਤੇ ਉਮੀਦ ਕਰਦੇ ਹਾਂ ਕਿ ਜਿਹੜੀ ਬੇਟੀ ਕਰਮਨ ਹੈ ਆਪਣੀ ਜ਼ਿੰਦਗੀ ਦੇ ਵਿੱਚ ਉਹ ਇਸੇ ਤਰ੍ਹਾਂ ਤਰੱਕੀਆਂ ਹਾਸਲ ਕਰਦੀ ਰਹੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਸਾਰਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਕਰਾਂਗੇ ਕਿ ਭਾਵੇਂ ਸਟੋਰ ਦੁਬਾਰਾ ਤੋਂ ਖੁੱਲ੍ਹ ਜਾਣਗੇ, ਸਾਰਾ ਕੁਝ ਖੁੱਲ੍ਹ ਜਾਏਗਾ, ਲੇਕਿਨ ਫਿਰ ਵੀ ਤੁਸੀਂ ਜਿਹੜਾ ਇਤਿਹਾਦ ਹੈ ਵਰਤਣਾ ਹੈ, ਮਾਸਕ ਲਾਉਣੇ ਨੇ, ਡਿਸਟੈਂਸ ਬਣਾ ਕੇ ਰੱਖਣਾ ਹੈ, ਤੇ ਸੈਕੰਡ ਡੋਜ਼ ਹੈ ਜਿਹੜੀ ਉਹ ਜ਼ਰੂਰ ਲੈਣੀ ਹੈ, ਤਾਂ ਕਿ ਜਿਹੜਾ ਇਹ ਆਪਣਾ ਸਾਰਿਆਂ ਦਾ ਬਚਾਅ ਹੋ ਸਕੇ ਤੇ ਆਪਾਂ ਅਗਲੀ ਜਿਹੜੀ ਲਹਿਰ ਹੈ ਉਹਦੇ ਤੋਂ ਆਪਣੇ ਆਪ ਨੂੰ ਬਚਾ ਸਕੀਏ। ਸੋ ਦੋਸਤੋ, ਮੇਰਾ ਜਿਹੜਾ ਇੱਕ ਨਾਵਲ ਹੈ ਉਹ ਛਪ ਕੇ ਰਹੀ ਛਪਣ ਲਈ ਤਿਆਰ ਹੈ। ਸੋ ਮੈਂ ਚਾਹੁੰਦਾ ਹਾਂ ਕਿ ਕੁਛ ਮੇਰੇ ਦਰਸ਼ਕ, ਕੁਛ ਮੇਰੇ ਪਾਠਕ ਜਿਹੜੇ ਮੈਨੂੰ ਐਜ਼ ਏ ਲੇਖਕ ਦੇ ਤੌਰ ਤੇ ਜਾਣਦੇ ਨੇ, ਮੇਰੀਆਂ ਕਹਾਣੀਆਂ ਜਾਂ ਸਾਹਿਤ ਪੜ੍ਹਦੇ ਰਹਿੰਦੇ ਨੇ, ਤੇ ਜੇ ਉਹਨਾਂ ਦੇ ਵਿੱਚੋਂ ਕੋਈ ਨਾਵਲ ਛਪਣ ਤੋਂ ਪਹਿਲਾਂ ਪੜ੍ਹਨਾ ਚਾਹੇ ਤਾਂ ਮੈਨੂੰ ਆਪਣੀ ਈਮੇਲ ਹੈ ਜਿਹੜੀ ਉਹ ਭੇਜ ਸਕਦਾ ਹੈ, ਤਾਂ ਕਿ ਮੈਂ ਜਿਹੜਾ ਖਰੜਾ ਹੈ ਉਹਨਾਂ ਨੂੰ ਦੇਵਾਂ। ਮੈਂ ਚਾਹੁੰਦਾ ਹਾਂ ਕਿ ਉਹ ਜਿਹੜੀਆਂ ਸੋਧਾਂ ਹੋਣ ਤੋਂ ਬਾਅਦ ਹੀ ਜਿਹੜਾ ਨਾਵਲ ਹੈ ਉਹ ਪ੍ਰੈਸ ਦੇ ਵਿੱਚ ਜਾਵੇ। ਸੋ ਇਸੇ ਤਰ੍ਹਾਂ ਜਿਹੜੀ ਮੇਰੀ ਕਿਤਾਬ ਬ੍ਰਹਿਮੰਡ ਬਾਰੇ ਹੈ, ਬ੍ਰਹਿਮੰਡ ਯਾਤਰਾ, ਉਹ ਤਕਰੀਬਨ ਛਪ ਕੇ ਤਿਆਰ ਹੈ ਤੇ ਉਹਦਾ ਅਸੀਂ ਮੂਹਰੇ ਜਿਹੜੀ ਉਹਦਾ ਕਵਰ ਵੀ ਲਾਉਂਦੇ ਹਾਂ, ਜਿਹੜੀ ਆਪਣੀ ਇਹ ਪੌਡਕਾਸਟ ਹੈ ਉਹਦੇ ਮੂਹਰੇ। ਸੋ ਤੁਹਾਨੂੰ ਉਹ ਕਿਤਾਬ ਵੀ ਚਾਹੀਦੀ ਹੋਵੇ ਤਾਂ ਤੁਸੀਂ ਯੂਨੀਸਟਾਰ ਬੁੱਕਸ ਨਾਲ ਜਿਹੜਾ ਸੰਪਰਕ ਆ ਉਹ ਕਰ ਸਕਦੇ ਹੋ, ਜਾਂ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ। ਤੇ ਤੁਸੀਂ ਹਮੇਸ਼ਾ ਜਾ ਕੇ
ਉੱਥੇ ਆਪਣਾ ਨੰਬਰ ਲਿਖੋ ਥੱਲੇ ਜਾ ਕੇ, ਤੇ ਤਾਂ ਕਿ ਜਿਹੜੇ ਸੁਝਾਅ ਨੇ ਪੌਡਕਾਸਟ ਬਾਰੇ ਜਾਂ ਕੋਈ ਵੀ ਗੱਲਬਾਤ ਹੈ, ਤੁਸੀਂ ਜਦੋਂ YouTube ਤੇ ਜਾ ਕੇ ਲਿਖੋਗੇ ਤਾਂ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਸਾਨੂੰ ਪ੍ਰਾਪਤ ਹੋ ਜਾਣਗੀਆਂ। ਤੇ ਮੈਂ ਉਹਨਾਂ ਦੋਸਤਾਂ ਦਾ ਧੰਨਵਾਦ ਕਰਦਾ ਹਾਂ ਜੋ ਹਮੇਸ਼ਾ ਸਾਡੀ ਇਸ ਪੌਡਕਾਸਟ ਨੂੰ ਸਪੋਰਟ ਕਰਦੇ ਨੇ, ਸ਼ਲਾਘਾ ਕਰਦੇ ਨੇ ਤੇ ਸਾਨੂੰ ਆਪਣੇ ਕੀਮਤੀ ਵਿਚਾਰ ਦਿੰਦੇ ਨੇ। ਸੁਰਜੀਤ ਸਿੰਘ ਬਿਸ਼ਤ ਸਾਹਿਬ ਸਮਰਾਲਾ ਤੋਂ, ਸੁਖਦੇਵ ਸਿੰਘ ਸਮਰਾ ਸਾਹਿਬ ਬਰੈਂਪਟਨ ਤੋਂ, ਹਰਜੀਤ ਸਿੰਘ ਦਿਓਲ ਸਾਹਿਬ, ਤੇ ਪੌਡਕਾਸਟ ਲੇਟ ਹੋਈ ਦਿਓਲ ਸਾਹਿਬ ਦਾ ਜਦ ਹੀ ਉਸੇ ਵਕਤ ਮੈਸੇਜ ਆਇਆ ਕਿ ਪੌਡਕਾਸਟ ਕਿਉਂ ਨਹੀਂ ਪਹੁੰਚੀ। ਤਾਂ ਦਿਓਲ ਸਾਹਿਬ ਤੁਹਾਡਾ ਧੰਨਵਾਦ, ਤੁਸੀਂ ਇੰਨੀ ਸ਼ਿੱਦਤ ਨਾਲ ਉਡੀਕਦੇ ਹੋ। ਇਸੇ ਤਰ੍ਹਾਂ ਕੁਲਦੀਪ ਸਿੰਘ, ਜਸਵੀਰ ਸਿੰਘ ਜੱਸੀ ਟੋਡਰਪੁਰ, ਬੁੱਧ ਸਿੰਘ ਨੀਲੋਂ, ਵਿਪ ਗਰੇਵਾਲ, ਸੋ ਇਹ ਸਾਰੇ ਜਿਹੜੇ ਦੋਸਤ ਨੇ ਇਹਨਾਂ ਨੇ ਸਾਨੂੰ ਸੰਦੇਸ਼ ਭੇਜੇ ਨੇ ਤੇ ਮੈਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੋ ਉਮੀਦ ਕਰਦਾ ਹਾਂ ਕਿ ਜਿਹੜੀ ਪੌਡਕਾਸਟ ਤੁਹਾਡੇ ਤੱਕ ਪੁੱਜੇਗੀ, ਤੁਸੀਂ ਮੈਨੂੰ ਉਹਦਾ ਜ਼ਰੂਰ ਜਿਹੜਾ ਹੈ ਰੱਦੇ ਅਮਲ ਜਾਂ ਕਹਿ ਲਓ ਤੁਹਾਡੇ ਸੁਝਾਅ, ਤੁਹਾਡੀਆਂ ਰਾਵਾਂ ਜ਼ਰੂਰ ਮੇਰੇ ਤੱਕ ਪੁੱਜਦੀਆਂ ਕਰੋਗੇ। ਤੇ ਫਿਰ ਦੋਸਤੋ ਇੱਥੇ ਹੀ ਸਮਾਪਤ ਕਰਦੇ ਹਾਂ। ਆਉਣ ਵਾਲੀ ਪੌਡਕਾਸਟ ਦੇ ਵਿੱਚ ਕਿਸੇ ਨਵੇਂ ਵਿਸ਼ੇ ਤੇ ਗੱਲ ਕਰਾਂਗੇ, ਨਵੀਆਂ ਗੱਲਾਂ ਕਰਾਂਗੇ, ਤੇ ਉਦੋਂ ਤੱਕ ਮੇਜਰ ਮੰਕ ਨੂੰ ਆਗਿਆ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਆਦਰ ਸਤਿਕਾਰ ਨਾਲ ਸਤਿ ਸ੍ਰੀ ਅਕਾਲ।